ਅੱਜ ਗੁਰਦਾਸਪੁਰ ਵਿਖੇ ਮੈਂ 32 ਵਿਲੇਜ ਡਿਫੈਂਸ ਕਮੇਟੀਆਂ ਨਾਲ ਮੀਟਿੰਗ ਕੀਤੀ ਸੀ। ਇਸ ਤੋਂ ਪਹਿਲੇ ਪਠਾਨਕੋਟ ਦੇ ਵਿੱਚ 44 ਵਿਲੇਜ ਡਿਫੈਂਸ ਕਮੇਟੀਆਂ ਨਾਲ ਮੀਟਿੰਗ ਕੀਤੀ ਸੀ। ਇਹ ਲਾਸਟ ਈਅਰ ਡਰੋਨ ਇੰਟਰੂਜਨਸ ਅਤੇ ਟਰਾਂਸ ਬਾਰਡਰ ਨਾਰਕੋਟਿਕ ਸਮਗਲਿੰਗ ਨੂੰ ਰੋਕਣ ਲਈ ਐਜ਼ ਅ ਸੈਕੰਡ ਲਾਈਨ ਆਫ ਡਿਫੈਂਸ ਟੂ ਐਕਟ ਐਜ਼ ਆਈਜ਼ ਐਂਡ ਈਅਰਸ ਆਫ ਦ ਸਿਕਿਉਰਿਟੀ ਫੋਰਸਿਸ ਇਹ ਕਮੇਟੀਆਂ ਬਣਾਈ ਗਈ ਸੀ। ਬਾਰਡਰ ਤੋਂ ਜਿਹੜੇ ਵਿਦਿਨ 5 ਕਿਲੋਮੀਟਰਸ ਜਿੰਨੇ ਪਿੰਡ ਲੱਗਦੇ ਹੈਗੇ ਤੇ ਇਹਨਾਂ ਨੂੰ ਅਸੀਂ ਜਿੱਥੇ ਚੰਗਾ ਕੰਮ ਇਹਨਾਂ ਨੇ ਕੀਤਾ ਉਹਨਾਂ ਨੂੰ ਇਨਕਰੇਜ ਕੀਤਾ। ਇਹਦੀ ਸਟਰਕਚਰਿੰਗ ਬਣਾਈ ਗਈ ਹੈ। ਹਰ ਵਿਲੇਜ ਦੇ ਵਿੱਚ ਇੱਕ ਪੁਲਿਸ ਅਫਸਰ ਡੈਡੀਕੇਟਡ ਅਸੀਂ ਲਾਇਆ ਜਿਸ ਨੂੰ ਵਿਲੇਜ ਪੁਲਿਸ ਆਫਿਸਰ ਡੈਜ਼ਿਗਨੇਟ ਕੀਤਾ ਗਿਆ ਹੈਗਾ ਫॉर ਥੀਸ ਬਾਰਡਰ ਵਿਲੇजेस ਤੇ ਬਾਰਡਰ ਵਿਲੇਜ ਪੁਲਿਸ ਆਫਿਸਰ ਤੇ ਵਿਲੇਜ ਡਿਫੈਂਸ ਕਮੇਟੀਆਂ ਦੇ ਤਾਲਮੇਲ ਨਾਲ BSF ਤੇ ਪੰਜਾਬ ਪੁਲਿਸ ਨਾਲ ਸਟਰਕਚਰਡ ਇੰਟਰੈਕਸ਼ਨ ਕਰਕੇ ਇੱਕ ਡਰੋਨ ਐਮਰਜੈਂਸੀ ਰਿਸਪੌਂਸ ਪ੍ਰੋਟੋਕਾਲ ਬਾਰਡਰ ਏਰੀਆਜ਼ ਲਈ ਬਣਾਇਆ ਗਿਆ ਸੀਗਾ, ਜਿਸ ਦੇ ਵਿੱਚ ਜਦੋਂ ਕਿਤੇ ਕੋਈ ਡਰੋਨ ਐਕਟੀਵਿਟੀ ਦੇਖੀ ਜਾਂਦੀ ਹੈ ਕਿਸ ਤਰ੍ਹਾਂ ਦਾ ਰਿਸਪੌਂਸ ਹੋਣਾ ਚਾਹੀਦਾ। ਇਹਨਾਂ ਦੇ WhatsApp ਗਰੁੱਪ ਬਣਾਏ ਗਏ, ਇਹਨਾਂ ਨੂੰ ਜੈਕਟਸ ਦਿੱਤੀਆਂ ਗਈਆਂ, ਹੋਰ ਆਈਡੈਂਟੀਫਿਕੇਸ਼ਨ ਕਾਰਡਸ ਐਂਡ ਅਦਰ ਥਿੰਗਸ ਸੋ ਦੈਟ ਕੋਸ਼ਿਸ਼ ਕੀਤੀ ਗਈ ਕਿ ਵੱਧ ਤੋਂ ਵੱਧ ਐਕਸ ਸਰਵਿਸਮੈਨ ਤੇ ਦੂਜੇ ਜਿਹੜੇ ਹੈਗੇ ਫੋਰਸਿਸ ਦੇ ਰਿਟਾਇਰਡ ਆਫਿਸਰਸ ਇਹਦੇ ਵਿੱਚ ਹੋਣ। ਹੁਣ ਅੱਜ ਜਿਹੜੀ ਅਸੀਂ ਮੁਹਿੰਮ ਸ਼ੁਰੂ ਕੀਤੀ ਹੈ ਉਹ ਪੰਜਾਬ ਦੇ ਚੀਫ ਮਿਨਿਸਟਰ ਸਰਦਾਰ ਭਗਵੰਤ ਮਾਨ ਨੇ 15 ਅਗਸਤ ਨੂੰ ਐਲਾਨ ਕੀਤਾ ਹੈ ਕਿ ਅਸੀਂ 1 ਸਾਲ ਦੇ ਵਿੱਚ ਪੰਜਾਬ ਵਿੱਚੋਂ ਡਰੱਗਸ ਤੇ ਇੱਕ ਕਾਰਗਰ ਇੰਪੈਕਟ ਕਰਾਂਗੇ। ਤੋ ਡਰੱਗ ਦੀ ਸਪਲਾਈ ਨੂੰ ਕੰਟਰੋਲ ਕਰਨ ਲਈ, ਡਿਮਾਂਡ ਨੂੰ ਕੰਟਰੋਲ ਕਰਨ ਲਈ ਇੱਕ ਕੰਪਰੀਹੈਂਸਿਵ ਮਲਟੀ ਪ੍ਰੋਂਗਡ ਸਟ੍ਰੈਟਜੀ ਅਡਾਪਟ ਕੀਤੀ ਗਈ ਹੈ, ਜਿਸ ਦੇ ਵਿੱਚ ਐਨਫੋਰਸਮੈਂਟ, ਡੀ ਐਡਿਕਸ਼ਨ ਤੇ ਪ੍ਰੀਵੈਂਸ਼ਨ। ਐਨਫੋਰਸਮੈਂਟ ਦੇ ਵਿੱਚ ਜਿਹੜੇ ਵੱਡੇ ਸਮਗਲਰਸ ਹੈਗੇ ਉਹਨਾਂ ਦੀ ਪ੍ਰਾਪਰਟੀ ਸੀਜ਼ਰ ਤੇ ਫੋਕਸ ਹੈ ਤੇ ਅਸੀਂ 850 ਕਿਲੋ ਤੋਂ ਵੱਧ ਹੈਰੋਇਨ ਇਸ ਸਾਲ ਰਿਕਵਰ ਕੀਤੀ ਹੈ ਤੇ ਫੋਕਸ ਇਜ਼ ਔਨ ਬਿਗ ਫਿਸ਼। ਓਵਰ 2000 ਸਮਗਲਰਸ ਹੈਵ ਬੀਨ ਅਰੈਸਟਡ ਤੇ ਇਸ ਦੇ ਨਾਲ ਜਿਹੜੇ ਪੈਡਲਰਸ ਹੈਗੇ, ਸਪਲਾਇਰਸ ਹੈਗੇ, ਜਿਹੜੇ ਪਿੰਡਾਂ ਦੇ ਵਿੱਚ ਮੁਹੱਲਿਆਂ ਦੇ ਵਿੱਚ ਜਿਹੜੇ ਡਰੱਗਸ ਨੂੰ ਸਪਲਾਈ ਕਰਦੇ ਆ ਉਹਨਾਂ ਨੂੰ ਆਈਡੈਂਟੀਫਾਈ ਕਰਕੇ ਉਹਨਾਂ ਤੇ ਨਕੇਲ ਕੱਸ ਕੇ ਉਹਨਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਜਿਹੜੇ ਡਰੱਗ ਯੂਜ਼ਰਸ ਹੈਗੇ ਉਹਨਾਂ ਨੂੰ ਅੰਡਰ ਸੈਕਸ਼ਨ 64A NDPS ਐਕਟ ਅਸੀਂ ਰੀਹੈਬਿਲਿਟੇਟ ਕਰਨ ਵੱਲ ਉਹਨਾਂ ਨੂੰ ਜੇ ਉਹ ਇੱਕ ਡੀ ਐਡਿਕਸ਼ਨ ਟ੍ਰੀਟਮੈਂਟ ਪਲਾਨ ਨੂੰ ਉਹ ਐਗਰੀ ਕਰ ਜਾਂਦੇ ਹੈ ਤੇ ਵੀ ਵਿਲ ਨਾਟ ਟ੍ਰੀਟ them as criminals। the idea is ਕਿ ਜਿਹੜਾ ਡਰੱਗ ਯੂਜ਼ਰ ਹੈ ਉਸ ਨੂੰ ਰਿਫਾਰਮ ਕੀਤਾ ਜਾਵੇ, ਰੀਹੈਬਿਲਿਟੇਟ ਕੀਤਾ ਜਾਵੇ, ਜਿਹੜਾ ਡਰੱਗ ਵੇਚ ਰਿਹਾ ਹੈ ਉਸ ਤੇ ਕਾਨੂੰਨੀ ਕਾਰਵਾਈ ਕੀਤੀ ਜਾਏ। ਸੋ ਇੱਕ ਮਲਟੀ ਪ੍ਰੋਂਗਡ ਸਟ੍ਰੈਟਜੀ ਦੇ ਵਿੱਚ ਜਿਵੇਂ ਪ੍ਰੀਵੈਂਸ਼ਨ ਸਟ੍ਰੈਟਜੀਜ਼ ਹੈਗੀਆਂ ਕਿ ਸਪੋਰਟਸ ਐਕਟੀਵਿਟੀਜ਼, ਯੂਥ ਕਲੱਬ, DC ਸਾਹਿਬ ਬੈਠੇ ਹੈਗੇ, ਇਹਨਾਂ ਨੇ ਕਾਫੀ ਜਿਵੇਂ ਇਹਨਾਂ ਦੀ ਐਮਪਲੋਇਮੈਂਟ ਲਈ ਜਾਂ ਸਕਿੱਲ ਡਿਵੈਲਪਮੈਂਟ ਪ੍ਰੋਗਰਾਮਸ ਵੱਲ ਜਿਹੜੇ ਯੂਥ ਆਫਟਰ ਦੇ ਅੰਡਰਗੋ ਦਾ ਡੀ ਐਡਿਕਸ਼ਨ ਪ੍ਰੋਗਰਾਮ ਉਹਨਾਂ ਨੂੰ ਇਸ ਡਾਇਰੈਕਸ਼ਨ ਵੱਲ ਅਸੀਂ ਚੈਨਲਾਈਜ਼ ਕਰਾਂਗੇ। ਸੋ ਇਹ ਸਾਰੇ ਡਿਪਾਰਟਮੈਂਟਸ ਦੇ ਸਹਿਯੋਗ ਨਾਲ ਸਪੋਰਟਸ ਡਿਪਾਰਟਮੈਂਟ, ਪੁਲਿਸ ਡਿਪਾਰਟਮੈਂਟ, ਹੈਲਥ ਡਿਪਾਰਟਮੈਂਟ, ਸੋ ਇੱਕ ਮਲਟੀ ਪ੍ਰੋਂਗਡ ਪੰਜਾਬ ਗਵਰਨਮੈਂਟ ਦੀ ਸਟ੍ਰੈਟਜੀ ਹੈਗੀ ਕਿ ਡਰੱਗ ਟ੍ਰੈਫਿਕਿੰਗ ਤੇ ਇੰਪੈਕਟ ਪਾਇਆ ਜਾਏ। ਸਰ ਇੱਕ ਤੁਸੀਂ 5 ਕਿਲੋਮੀਟਰ ਦਾ ਜ਼ਿਕਰ ਕੀਤਾ, ਇਹ 5 ਕਿਲੋਮੀਟਰ ਤੱਕ ਹੀ ਪਿੰਡ ਕਵਰ ਕਰਨੇ ਜਾਂ ਇਸ ਦੀ ਅਗਲੀ ਵੀ ਲੈਂਥ ਹੈ ਔਰ ਪਿੰਡਾਂ ਦੀ ਗਿਣਤੀ ਵਧਾਈ ਜਾਵੇ? ਸੈਕਿੰਡ ਜਿਹੜਾ ਕਿ ਰਿਸਪੌਂਸ ਜਿਹੜਾ ਤੁਸੀਂ ਕੀਤਾ ਇਨਾਮ ਦੇਣਾ ਸੀ, ਰਿਵਾਰਡ ਸ਼ੁਰੂ ਕੀਤਾ ਸੀ, ਇਹਦਾ ਰਿਸਪੌਂਸ ਕਿਵੇਂ ਜਿਹੜਾ ਡਰੋਨ ਦੇ ਨਾਲ ਜਿਹੜਾ ਇਨ ਦਾ ਫਸਟ ਫੇਜ਼ 5 ਕਿਲੋਮੀਟਰ ਤੱਕ ਦਾ ਸੀਗਾ। ਕੁਝ ਏਰੀਆਜ਼ 'ਚ ਅਸੀਂ ਇਸ ਨੂੰ ਐਕਸਟੈਂਡ ਕਰਤਾ ਅਪ ਟੂ 10 ਕਿਲੋਮੀਟਰ ਤੇ ਇਹ ਪੰਜਾਬ ਸਰਕਾਰ ਦੀ ਨੋਟੀਫਿਕੇਸ਼ਨ ਤੋਂ ਬਾਅਦ ਸਭੀ ਡਿਪਟੀ ਕਮਿਸ਼ਨਰਸ ਵੱਲੋਂ ਇਹ ਵਿਲੇਜ ਡਿਫੈਂਸ ਕਮੇਟੀਆਂ ਨੋਟੀਫਾਈਡ ਹੈ ਤੇ ਇਸ ਦਾ ਸਾਨੂੰ ਚੰਗਾ ਰਿਸਪੌਂਸ ਮਿਲਿਆ। ਇਨਫੈਕਟ ਅੱਜ ਅਸੀਂ 2 ਫਾਰਮਰਸ ਨੂੰ ਰਿਵਾਰਡ ਦਿੱਤਾ ਸੀਗਾ। ਸੋ 1 ਲੱਖ ਪਰ ਅਸੀਂ ਰਿਵਾਰਡ ਰੱਖਿਆ ਹੈਗਾ। ਜੇ ਕੋਈ ਇਨਫੋਰਮੇਸ਼ਨ ਦਿੱਤੀ ਜਾਊਗੀ ਜਿਸ ਤੋਂ ਡਰੱਗ ਦੀ ਰਿਕਵਰੀ ਹੋਊਗੀ ਜਾਂ ਡਰੋਨ ਦਾ ਸੀਜ਼ਰ ਹੋਊਗਾ, ਸੋ 1 ਲੱਖ ਕੈਸ਼ ਰਿਵਾਰਡ ਵਿਲ ਬੀ ਗਿਵਨ। ਸਰ ਲੋਕਲ ਗੁਰਦਾਸਪੁਰ ਜਾਂ ਕਿਸੇ ਹੋਰ ਏਰੀਆ ਜਿਹੜੀ ਸਿਟੀ 'ਚ ਡਰੱਗਸ ਵਿਕਦੀ ਆ ਉਹਦੇ ਬਾਰੇ ਮਤਲਬ ਕੀ ਕਰੋਗੇ ਤੁਸੀਂ? ਨਹੀਂ ਉਹਦੇ ਲੋਕਲ ਮੁਹੱਲਿਆਂ 'ਚ ਜਾਂ ਕਿਤੇ ਹੋਰ? ਉਹੀ ਮੈਂ ਜਿਵੇਂ ਗੱਲ ਕਹੀ ਸੀ, ਤੁਹਾਡਾ ਬੜਾ ਇੰਪੋਰਟੈਂਟ ਪੁਆਇੰਟ ਹੈ ਕਿ ਭਾਵੇਂ ਜਿੰਨੀ ਮਰਜ਼ੀ ਤੁਸੀਂ ਵੱਡੀ ਡਰੱਗਸ ਫੜ ਲਓ, ਕੰਸਾਈਨਮੈਂਟਸ ਫੜ ਲਓ, ਜਦੋਂ ਤੱਕ ਸਪਲਾਈ ਐਟ ਦਾ ਮੁਹੱਲਾ ਲੈਵਲ ਜਾਂ ਐਟ ਦਾ ਵਿਲੇਜ ਲੈਵਲ ਇਜ਼ ਨਾਟ ਕੰਟਰੋਲਡ ਉਦੋਂ ਤੱਕ ਆਮ ਲੋਕਾਂ ਨੂੰ ਇਸ ਦਾ ਇੰਪੈਕਟ ਨਹੀਂ ਪਤਾ ਲੱਗਦਾ। ਸੋ ਇਸ ਲਈ ਅਸੀਂ ਇੱਕ ਤੇ ਆਪਣੇ ਰਿਸੋਰਸਿਸ ਤੋਂ, ਜਿਵੇਂ ਸਾਡੇ ਕੋਲ ਇੱਕ ਪਾਇਸ ਸੌਫਟਵੇਅਰ ਹੈ ਜਿਸ ਦੇ ਵਿੱਚ ਜਦੋਂ ਵੀ ਕੋਈ ਅਰੈਸਟਡ ਹੁੰਦਾ ਹੈ, ਪ੍ਰਿਜ਼ਨਰ ਜੇਲ੍ਹ ਜਾਂਦਾ ਹੈ, ਉਸ ਦੀ ਡੇਟਾਬੇਸ ਐਂਟਰੀ ਹੁੰਦੀ ਹੈ। ਫਿਰ ਉਹਦੇ ਵਿੱਚੋਂ ਅਸੀਂ ਆਰਟੀਫੀਸ਼ੀਅਲ ਇੰਟੈਲੀਜੈਂਸ ਯੂਜ਼ ਕਰਕੇ ਕਾਲ ਆਊਟ ਕਰਕੇ ਅਸੀਂ SHOs ਨੂੰ ਲਿਸਟਾਂ ਦਿੰਦੇ ਹਾਂ ਕਿ ਤੁਹਾਡੇ ਏਰੀਏ ਦੇ ਪਿਛਲੇ 5 ਸਾਲਾਂ ਦੇ ਵਿੱਚ ਇਹ ਜਿਹੜੇ ਮੁਲਜ਼ਮ ਸੀਗੇ ਜਿਹੜੇ ਡਰੱਗ ਕੇਸਾਂ 'ਚ ਫੜੇ ਗਏ, there is a system of jail releases every day a jail release is issued कि ਜਿਹੜੇ ਬੰਦੇ ਰਿਲੀਜ਼ ਹੁੰਦੇ ਆ ਤਾਂ ਕਿ ਉਨ ਤੇ ਨਿਗਰਾਨੀ ਰੱਖੇ। ਇੱਕ ਤੇ ਇਹ ਫਾਰਮਲ ਕ੍ਰਿਮੀਨਲ ਸਿਸਟਮ ਹੈਗਾ। ਦੂਜਾ ਸਿਸਟਮ ਹੈਗਾ ਕਿ ਲੋਕਾਂ ਦੇ, that is why ਲੋਕਾਂ ਦੇ ਕੋਲ ਅਸੀਂ ਚੱਲ ਕੇ ਜਾ ਰਹੇ ਹਾਂ, ਲੋਕਾਂ ਦਾ ਸਹਿਯੋਗ ਮੰਗ ਰਹੇ ਹਾਂ ਕਿ ਲੋਕਾਂ ਨੂੰ ਪਤਾ ਹੁੰਦਾ ਹੈ ਕਿ ਇਸ ਪਿੰਡ ਦੇ ਵਿੱਚ 50 ਬੰਦੇ ਹੈਗੇ ਜਾਂ 30 ਬੰਦੇ ਹੈਗੇ ਜਿਹੜੇ ਡਰੱਗ ਲੈਂਦੇ ਆ, ਇਹ 5 ਬੰਦੇ ਹੈਗੇ ਜਿਹੜੇ ਡਰੱਗ ਨੂੰ ਸਪਲਾਈ ਕਰਦੇ ਆ ਜੀ,
ਫਲਾ ਪੀਪਲ ਦਾ ਦਰਖਤ ਹੈ, ਉਹਦੇ ਥੱਲੇ ਸ਼ਾਮ 3 ਵਜੇ ਤੋਂ 5 ਵਜੇ ਜਾਓ ਤੇ ਡਰੱਗ ਮਿਲਦੀ ਹੈ। ਸੋ ਵੀ ਵੁੱਡ ਇਨਕਰੇਜ ਸੱਚ ਟਿਪਸ। ਅਸੀਂ ਇੱਕ ਸਟੇਟ ਲੈਵਲ ਡਰੱਗ ਹੈਲਪਲਾਈਨ ਵੀ ਸ਼ੁਰੂ ਕਰਨ ਜਾ ਰਹੇ ਹੈਗੇ, ਜਿਸ ਤੇ ਐਨੋਨਿਮਿਟੀ ਰੱਖਦੇ ਹੋਏ ਡਰੱਗਸ ਬਾਰੇ ਇਨਫੋਰਮੇਸ਼ਨ ਦਿੱਤੀ ਜਾ ਸਕਦੀ ਹੈ। तो इस मुहिम ਦੇ ਵਿੱਚ ਮੈਂ ਲੋਕਾਂ ਨੂੰ ਅਪੀਲ ਕਰਾਂਗਾ ਕਿ ਉਹ ਸਾਹਮਣੇ ਆਉਣ, ਸਹਿਯੋਗ ਦੇਣ, ਸੋ ਦੈਟ ਵੱਧ ਤੋਂ ਵੱਧ ਜਿਹੜੇ ਅਸਲ ਬੰਦੇ ਜਿਹੜੇ ਡਰੱਗਸ ਨੂੰ ਵੇਚਦੇ ਆ ਉਹਨਾਂ ਤੇ ਸ਼ਿਕੰਜਾ ਕੱਸਿਆ ਜਾ ਸਕੇ। ਸਰ ਗੁਰਦਾਸਪੁਰ ਪੁਲਿਸ ਨੇ ਜੀ 2 ਵਾਰੀ ਵੱਡੀਆਂ ਕਨਸਾਈਨਮੈਂਟਾਂ ਫੜੀਆਂ ਨੇ 18 ਕਿਲੋ ਦੀਆਂ, ਬਟ ਦੋਨੋਂ ਜਿਹੜੀਆਂ ਸੀਗੀਆਂ ਬਾਹਰ ਦੇ ਜ਼ਿਲ੍ਹਿਆਂ ਨਾਲ ਰਿਲੇਟਡ ਸੀਗੀਆਂ, ਗੁਰਦਾਸਪੁਰ ਦੇ ਅੰਦਰ ਦੇ ਨਾਲ, ਕਿਉਂਕਿ ਗੁਰਦਾਸਪੁਰ 'ਚ ਵੀ ਵੇਖ ਰਿਹਾ ਜੀ ਗੁਰਦਾਸਪੁਰ ਦੀ ਅਜੇ ਤੱਕ ਅੰਦਰ ਦੀ ਕੋਈ ਵੀ ਵੱਡੀ ਉਪਲਬਧੀ ਜਿਹੜੀ ਆ ਸਾਹਮਣੇ ਨਹੀਂ ਆਈ। ਨਹੀਂ ਦਿਸ ਆਈ ਐਗਰੀ। ਦੇਖੋ ਕੀ ਹੁੰਦਾ ਨਾ, ਜਿਹੜੀ ਡਰੱਗ ਟ੍ਰੇਡ ਹੈ ਇਹ 20-25-50 ਸਮਗਲਰ ਪਾਕਿਸਤਾਨ ਸਾਈਡ ਬੈਠੇ हैं, ਕੁਝ ਵੱਡੇ ਸਮਗਲਰ ਇਸ ਸਾਈਡ ਬੈਠੇ हैं। ਇਹਨਾਂ ਨੂੰ ਆਈਡੈਂਟੀਫਾਈ ਕਰਕੇ ਇਹਨਾਂ ਦੀ ਕਾਫੀ ਜਿਹੜਾ ਕੰਸਾਈਨਮੈਂਟਸ ਜਿਹੜੇ ਸਾਡੇ ਪੰਜਾਬ ਦੇ ਥਰੂ ਟ੍ਰਾਂਜ਼ਿਟ ਹੁੰਦੀਆਂ, ਕਾਫੀ ਕੰਸਾਈਨਮੈਂਟਸ ਇੱਥੇ ਕੰਜ਼ਿਊਮ ਹੁੰਦੀਆਂ, ਉਹ ਨੈਚੁਰਲੀ ਦੈਟ ਇਜ਼ ਇਨਫੋਰਮੇਸ਼ਨ ਬੇਸਡ। ਜੇ ਮੰਨ ਲਓ ਮੇਰੇ ਕੋਲ ਕਿਸੇ ਦਾ ਮੋਬਾਈਲ ਨੰਬਰ ਆ ਗਿਆ, ਮੈਂ ਉਸ ਤੇ ਟੈਕਨੀਕਲ ਵਰਕ ਕਰਕੇ ਉਸ ਨੂੰ ਫੜ ਲਿਆ, ਸੋ ਦਿਸ ਇਜ਼ ਮਾਈ ਡਿਊਟੀ ਐਜ਼ ਅ ਪੁਲਿਸ ਆਫੀਸਰ। ਉਹ ਕੰਮ ਤੇ ਅਸੀਂ ਕਰਾਂਗੇ ਜਿਹੜੇ ਵੱਡੇ ਆਪਰੇਸ਼ਨ ਹੈ। ਐਟ ਦਾ ਸੇਮ ਟਾਈਮ ਜਿਹੜਾ ਤੁਸੀਂ ਕਿਹਾ ਹੈਗਾ ਉਹ ਬਹੁਤ ਜ਼ਰੂਰੀ ਹੈ, ਕਿਉਂਕਿ ਲੋਕਾਂ ਤੇ ਇੰਪੈਕਟ ਤਾਂ ਹੀ ਹੋਊਗਾ ਜਦੋਂ ਸਾਨੂੰ ਲੱਗੂਗਾ ਕਿ ਸਾਡੇ ਏਰੀਆ 'ਚ ਜਿਹੜੀ ਡਰੱਗ ਵਿਕ ਰਹੀ ਹੈ ਉਸ ਤੇ ਕੰਟਰੋਲ ਹੋ। ਸਰ ਇੱਕ ਸੀਐਮ ਸਾਹਿਬ ਨੇ ਕਿਹਾ ਸੀ ਕਿ 15 ਅਗਸਤ ਤੋਂ ਨਸ਼ੇ ਦੇ ਖਿਲਾਫ ਇੱਕ ਵਿਆਪਕ ਮੁਹਿੰਮ ਸ਼ੁਰੂ ਕੀਤੀ ਜਾਏਗੀ। ਕੀ ਇਹ ਉਸ ਦਾ ਹੀ ਹਿੱਸਾ ਹੈ? ਉਸ ਦਾ ਹੀ ਹਿੱਸਾ ਹੈ ਕਿ ਉਸ ਦੇ ਵਿੱਚ ਕੋਈ ਐਕਸਟਰਾ ਵੀ ਕਰੋਗੇ? ਨੋ ਉਸ ਦਾ ਹੀ ਹਿੱਸਾ ਹੈ। ਜਿਵੇਂ ਮੈਂ ਕਿਹਾ ਮਲਟੀ ਪ੍ਰੋਂਗਡ ਸਟ੍ਰੈਟਜੀ ਹੈ। ਉਹਦੇ ਰਿਜ਼ਲਟ ਤੁਹਾਨੂੰ ਲੱਗਦੇ ਨੇ ਕਿ ਉਸ ਲੈਵਲ ਤੇ ਡਰੱਗ ਫੜੀ ਜਾ ਰਹੀ ਹੈ? ਕੁਝ ਲੋਕ ਜਿਹੜੇ ਦੇਖੋ ਜੀ, ਜਿਵੇਂ ਮੈਂ ਕਿਹਾ ਕਿ ਸ਼ਾਇਦ ਇੱਕ ਮੈਂ ਜਸਟ ਲੈਟ ਮੀ ਰਿਪਲਾਈ ਟੂ ਹਿਮ। ਮੈਂ ਪਹਿਲੇ ਕਿਤੇ ਕਿਹਾ ਸੀਗਾ ਕਿ 78000 FIR ਹਿੰਦੁਸਤਾਨ 'ਚ ਦਰਜ ਹੁੰਦੀ ਹੈ NDPS ਐਕਟ ਦੀ, ਜਿਸ ਦੇ ਵਿੱਚ 13 ਤੋਂ 14 ਹਜ਼ਾਰ ਪੰਜਾਬ ਦੇ ਵਿੱਚ ਦਰਜ ਹੁੰਦੀਆਂ। ਤਕਰੀਬਨ